ਬੱਚੋ ਅੱਜ ਆਪਾਂ 9ਵੀਂ ਜਮਾਤ ਦਾ ਪਹਿਲਾ ਪਾਠ ਸਾਉਣੀ ਦੀ ਫਸਲਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ ਦੇ ਪਾਠ ਸੰਬੰਧੀ ਮੈਂ ਤੁਹਾਨੂੰ ਪਹਿਲਾਂ 2 ਵੀਡੀਓ ਭੇਜ ਚੁੱਕਾ, ਜਿਸ ਵਿੱਚ ਸਾਉਣੀ ਦੀਆਂ ਫਸਲਾਂ ਬਾਰੇ ਵਿਸਥਾਰਪੂਰਵਕ ਸਾਉਣੀ ਦੀ ਫਸਲਾਂ ਕਿਹੜੀਆਂ ਹੁੰਦੀਆਂ ਹਨ, ਇਹਨਾਂ ਦੀ ਕਦੋਂ ਕਦੋਂ ਬਿਜਾਈ ਕਰਨੀ ਹੈ ਤੇ ਕਿਹੜੀਆਂ ਖਾਦਾਂ ਕਿਹੜੇ ਕੀਟਨਾਸ਼ਕ ਵਰਤਨੇ, ਪਾਣੀ ਕਿੰਨਾ ਪਾਉਣਾ, ਸਾਰਾ ਵਿਸਥਾਰਪੂਰਵਕ ਤੁਹਾਨੂੰ 2 ਵੀਡੀਓ 'ਚ ਦੱਸ ਚੁੱਕਾ। ਉਮੀਦ ਹੈ ਤੁਸੀਂ ਉਹ ਦੋਨੋਂ ਵੀਡੀਓ ਧਿਆਨ ਨਾਲ ਸੁਣ ਲਈਗੇ। ਅੱਜ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ 1-2 ਸ਼ਬਦਾਂ ਵਾਲੇ ਉੱਤਰ ਦੇ ਪ੍ਰਸ਼ਨ ਕਰਾਂਗੇ। ਪਹਿਲਾ ਪ੍ਰਸ਼ਨ, ਸਾਉਣੀ ਦੀਆਂ ਅਨਾਜ ਵਾਲੀਆਂ 2 ਫਸਲਾਂ ਦੇ ਨਾਮ ਲਿਖੋ। ਸਾਉਣੀ ਦੀਆਂ ਅਨਾਜ ਵਾਲੀਆਂ 2 ਫਸਲਾਂ ਦੇ ਨਾਮ ਲਿਖੋ। ਝੋਨਾ ਤੇ ਮੱਕੀ, ਜਵਾਰ ਵੀ ਹੈਗਾ। ਫਿਰ ਅਗਲਾ ਪ੍ਰਸ਼ਨ ਹੈ, ਝੋਨੇ ਦੀਆਂ 2 ਉન્નਤ ਕਿਸਮਾਂ ਦੇ ਨਾਂ ਦੱਸੋ। PR 123 ਤੇ PR 122। ਅਗਲਾ ਪ੍ਰਸ਼ਨ, ਦੇਸੀ ਕਪਾਹ ਦੀ ਦੋਗਲੀ ਕਿਸਮ ਦੀ 1 ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ। ਦੇਸੀ ਕਪਾਹ ਦੀ ਦੋਗਲੀ ਕਿਸਮ ਲਈ 1.5 ਕਿਲੋ ਬੀਜ ਪ੍ਰਤੀ ਏਕੜ ਲੋੜੀਂਦਾ ਹੈ। ਅਗਲਾ ਪ੍ਰਸ਼ਨ, ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜਿਆਂ ਦਾ ਨਾਮ ਲਿਖੋ। ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਹਨ ਮੱਕੀ ਦਾ ਗੰਡੂਆ। ਅਗਲਾ ਪ੍ਰਸ਼ਨ, ਕਮਾਦ ਦੀਆਂ 2 ਬਿਮਾਰੀਆਂ ਦੇ ਨਾਂ ਦੱਸੋ। ਕਮਾਦ ਦੀਆਂ ਪ੍ਰਮੁੱਖ ਬਿਮਾਰੀਆਂ ਕਿਹੜੀਆਂ ਹਨ? ਰੱਤਾ ਰੋਗ ਤੇ ਲਾਲ ਧਾਰੀਆਂ ਦਾ ਰੋਗ। ਅਗਲਾ ਪ੍ਰਸ਼ਨ, ਹਰੀ ਖਾਦ ਦੇ ਤੌਰ ਤੇ ਬੀਜੀ ਜਾਣ ਵਾਲੀ ਫਸਲਾਂ ਦੇ ਨਾਂ ਦੱਸੋ। ਸਨ ਤੇ ਢੈਂਚਾ 2 ਅਜਿਹੀਆਂ ਫਸਲਾਂ ਹਨ ਜਿਨ੍ਹਾਂ ਨੂੰ ਅਸੀਂ ਹਰੀ ਖਾਦ ਦੇ ਤੌਰ ਤੇ ਬੀਜਦੇ ਹਾਂ। ਮੱਕੀ ਦੇ 1 ਏਕੜ ਬਿਜਾਈ ਲਈ ਬੀਜ ਦੀ ਮਾਤਰਾ ਦੱਸੋ। ਪਰਲ ਪੌਪਕਾਰਨ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਪ੍ਰਤੀ ਏਕੜ, ਚਾਰੇ ਵਾਲੀ ਮੱਕੀ ਲਈ 30 ਕਿਲੋ ਬੀਜ ਪ੍ਰਤੀ ਏਕੜ ਹੁੰਦਾ ਹੈ। ਬੱਚੋ, ਮੱਕੀ ਦੇ 1 ਕਿੱਲੇ 'ਚ ਬਿਜਾਈ ਲਈ ਕਿੰਨੀ ਬੀਜ ਦੀ ਮਾਤਰਾ ਵੱਖ ਵੱਖ ਕਿਸਮਾਂ ਬਾਰੇ ਕੀ ਹੈ। ਪਰਲ ਪੌਪਕਾਰਨ ਲਈ 7 ਕਿਲੋ, ਬਾਕੀ ਦੀ ਕਿਸਮਾਂ ਲਈ 8 ਕਿਲੋ ਪ੍ਰਤੀ ਏਕੜ ਤੇ ਚਾਰੇ ਵਾਲੀ ਮੱਕੀ ਲਈ 30 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਬੱਚੋ, ਮੱਕੀ ਦਾ ਬਿਜਾਈ ਦਾ ਢੰਗ ਦੱਸੋ ਕਿ ਮੱਕੀ ਦੀ ਬਿਜਾਈ ਕਿਸ ਤਰ੍ਹਾਂ ਤੇ ਕਦੋਂ ਕਰਨੀ ਚਾਹੀਦੀ। ਮੱਕੀ ਦਾ ਬਿਜਾਈ ਦਾ ਸਮਾਂ ਮਈ ਦੇ ਆਖਰੀ ਹਫਤੇ ਤੋਂ ਅਖੀਰ ਜੂਨ ਤੱਕ ਦਾ ਹੈ। ਬਿਜਾਈ ਸਮੇਂ ਕਤਾਰਾਂ ਵਿੱਚ ਫਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 22 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਅਗਲਾ ਪ੍ਰਸ਼ਨ, ਮੱਕੀ ਵਿੱਚ ਇੱਟ-ਸਿੱਟ ਦੀ ਰੋਕਥਾਮ ਦੱਸੋ। ਮੱਕੀ ਵਿੱਚ ਇੱਟ-ਸਿੱਟ ਦੀ ਰੋਕਥਾਮ ਲਈ ਐਂਟਰਾਟਰਾਫ ਨਦੀਨਨਾਸ਼ਕ ਦੀ ਵਰਤੋਂ ਬਿਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ ਕਰਨੀ ਚਾਹੀਦੀ ਹੈ। ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ। ਝੋਨੇ ਦੀ ਫਸਲ ਲਈ ਪਾਣੀ ਦੀ ਵੱਧ ਲੋੜ ਪੈਂਦੀ ਹੈ। ਕੱਦੂ ਕਰਨ ਨਾਲ ਜ਼ਮੀਨ ਦਾ ਪਾਣੀ ਰੋਕਣ ਦੀ ਸ਼ਕਤੀ ਵੱਧ ਜਾਂਦੀ ਹੈ। ਪਾਣੀ ਦਾ ਵਾਸ਼ਪੀਕਰਨ ਘਟ ਜਾਂਦਾ ਹੈ। ਨਦੀਨਾਂ ਦੀ ਸਮੱਸਿਆ ਘਟ ਜਾਂਦੀ ਹੈ। ਝੋਨੇ ਦੀ ਪਨੀਰੀ ਲਾਉਣ ਸੌਖੀ ਹੋ ਜਾਂਦੀ ਹੈ। ਅਗਲਾ ਪ੍ਰਸ਼ਨ, ਕਮਾਦ ਬੀਜਣ ਲਈ ਬੀਜ ਦੀ ਮਾਤਰਾ ਦੱਸੋ। 1 ਏਕੜ ਕਮਾਦ ਲਈ 3 ਅੱਖਾਂ ਵਾਲੀਆਂ 20,000 ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15,000 ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12,000 ਗੁੱਲੀਆਂ ਦੀ ਲੋੜ ਹੁੰਦੀ ਹੈ। ਫਿਰ ਬੱਚੋ, ਅਗਲਾ ਪ੍ਰਸ਼ਨ, ਪਤਝੜ ਰੁੱਤੇ ਕਮਾਦ ਦੀ ਬਿਜਾਈ ਦਾ ਸਮਾਂ ਅਤੇ ਢੰਗ ਦੱਸੋ। ਪਤਝੜ ਦੇ ਰੁੱਤ ਦੇ ਕਮਾਦ ਦੀ ਬਿਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ। ਬਿਜਾਈ 90 ਸੈਂਟੀਮੀਟਰ ਫਾਸਲੇ ਦੀ ਕਤਾਰਾਂ ਵਿੱਚ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ, ਕਪਾਹ ਦੀ ਬਿਜਾਈ ਦਾ ਸਮਾਂ ਦੱਸੋ। ਕਪਾਹ ਦੀ ਬਿਜਾਈ 1 ਅਪ੍ਰੈਲ ਤੋਂ 15 ਮਈ ਤੱਕ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ, ਕਮਾਦ ਵਿੱਚ ਬੀਜੀ ਜਾਣ ਵਾਲੀ ਇੱਕ ਅੰਤਰ ਫਸਲ ਦਾ ਨਾਮ ਦੱਸੋ। ਅੰਤਰ ਫਸਲ ਤੋਂ ਭਾਵ ਤੁਹਾਨੂੰ ਦੱਸਿਆ ਹੀ ਸੀ ਕਿ ਕਮਾਦ ਦੇ ਨਾਲ ਨਾਲ ਉਸੇ ਵਕਤ ਕਿਹੜੀ ਫਸਲ ਆਪਾਂ ਬੀਜ ਸਕਦੇ ਹਾਂ। ਗਰਮ ਰੁੱਤ ਦੀ ਮੂੰਗੀ ਜਾਂ ਮਾਂ ਕਮਾਦ ਦੇ ਇੱਕ ਅੰਤਰ ਫਸਲ ਦਾ ਨਾਮ ਹੈ। ਸਾਉਣੀ ਦੇ ਚਾਰੇ ਦੀਆਂ 2 ਫਸਲਾਂ ਦੇ ਨਾਮ ਲਿਖੋ। ਮੱਕੀ, ਬਾਜਰਾ, ਗੁਵਾਰ ਆਦਿ। ਬੱਚੋ, ਹੁਣ ਆਪਾਂ ਜਿਹੜੇ ਅਗਲੇ ਪ੍ਰਸ਼ਨ 10 ਨੇ ਉਹਨਾਂ ਦਾ ਜਵਾਬ 1 ਜਾਂ 2 ਵਾਕਾਂ ਵਿੱਚ ਦੇਣਾ ਹੈ। ਪਹਿਲਾ ਪ੍ਰਸ਼ਨ, ਫਸਲ ਚੱਕਰ ਕਿਸ ਨੂੰ ਆਖਦੇ ਹਨ। ਪੂਰੇ ਸਾਲ ਵਿੱਚ ਖੇਤ ਵਿੱਚ ਜਿਹੜੀਆਂ ਫਸਲਾਂ ਉਗਾਉਂਦੇ ਹਾਂ ਉਸ ਨੂੰ ਫਸਲ ਚੱਕਰ ਕਿਹਾ ਜਾਂਦਾ ਹੈ। ਬੱਚੋ, ਜਿਹੜੇ ਪੂਰੇ ਸਾਲ ਵਿੱਚ ਖੇਤਾਂ ਵਿੱਚ ਜਿਹੜੀਆਂ ਫਸਲਾਂ ਉਗਾਉਂਦੇ ਹਾਂ ਉਸ ਨੂੰ ਫਸਲ ਚੱਕਰ ਕਿਹਾ ਜਾਂਦਾ ਹੈ। ਕਿਹੜੇ ਕਿਹੜੇ ਫਸਲ ਚੱਕਰ ਹੈ?
ਖਾਸ ਤੌਰ ਤੇ ਪੰਜਾਬ ਵਿੱਚ ਝੋਨਾ ਤੇ ਕਣਕ ਜਾਂ ਝੋਨਾ, ਆਲੂ ਤੇ ਸੂਰਜਮੁਖੀ 3 ਫਸਲਾਂ ਵੀ ਕਈ ਜਾਣੇ ਲੈਂਦੇ ਨੇ। ਜਿੱਥੇ ਕਣਕ ਨਹੀਂ ਬੀਜਦੇ ਉਹਦੀ ਜਗ੍ਹਾ ਆਲੂ ਜਾਂ ਸੂਰਜਮੁਖੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਫਸਲੀ ਚੱਕਰ ਹੈ। ਤੁਹਾਨੂੰ ਪਹਿਲੇ ਪਾਰਟ ਦੀ 2 ਵੀਡੀਓ ਭੇਜੀਆਂ ਸੀ, ਉਹਦੇ 'ਚ ਸਾਰੇ ਫਸਲਾਂ ਦੇ ਫਸਲ ਚੱਕਰ ਦੱਸੇ ਹੋਏ ਨੇ, ਉਹਨਾਂ ਨੂੰ ਧਿਆਨ ਨਾਲ ਦੁਬਾਰਾ ਸੁਣ ਲੈਣਾ। ਝੋਨੇ ਆਧਾਰਿਤ 2 ਫਸਲਾਂ ਚੱਕਰਾਂ ਦੇ ਨਾਂ ਲਿਖੋ। ਝੋਨੇ ਦੇ ਆਧਾਰਿਤ ਫਸਲ ਚੱਕਰ ਕਿਹੜੇ? ਝੋਨਾ ਤੇ ਕਣਕ ਜਾਂ ਕਣਕ ਦੀ ਜਗ੍ਹਾ ਬਰਸੀਮ ਵੀ ਬੀਜ ਸਕਦੇ ਆ। ਫਿਰ ਝੋਨਾ, ਕਣਕ ਤੇ ਸੱਠੀ ਮੱਕੀ, ਜੇ 3 ਫਸਲਾਂ ਲੈਣੀਆਂ ਤੇ ਝੋਨਾ, ਆਲੂ, ਸੱਠੀ ਮੂੰਗੀ ਜਾਂ ਸੱਠੀ ਮੂੰਗੀ ਦੀ ਜਗ੍ਹਾ ਸੂਰਜਮੁਖੀ ਦੀ ਬਿਜਾਈ ਵੀ ਕਰ ਸਕਦੇ ਹਾਂ। ਫਿਰ ਅਗਲਾ ਪ੍ਰਸ਼ਨ, ਹਰੀ ਖਾਦ ਕਿਉਂ ਦਿੱਤੀ ਜਾਂਦੀ ਹੈ? ਬੱਚੋ, ਹਰੀ ਖਾਦ ਵਿੱਚ ਫਲੀ ਵਾਲੀਆਂ ਫਸਲਾਂ ਹੁੰਦੀਆਂ ਹਨ, ਜਿਵੇਂ ਦਾਲਾਂ ਵਾਲੀਆਂ ਫਸਲਾਂ, ਸਨ, ਢੈਂਚਾ ਆਦਿ। ਇਹਨਾਂ ਫਸਲਾਂ ਦੇ ਕਾਰਨ ਜ਼ਮੀਨ ਵਿੱਚ ਨਾਈਟ੍ਰੋਜਨ ਤੱਤ ਦਾ ਵਾਧਾ ਹੁੰਦਾ ਹੈ ਤੇ ਹਰੀ ਖਾਦ ਨੂੰ ਜ਼ਮੀਨ ਵਿੱਚ ਵਾਹ ਦਿੱਤਾ ਜਾਂਦਾ ਹੈ। ਇਸ ਨਾਲ ਜ਼ਮੀਨ ਵਿੱਚ ਬਲਡ ਵੀ ਵੱਧਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਬੱਚੋ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਹੀ ਹਰੀ ਖਾਦ ਵਰਤੀ ਜਾਂਦੀ ਹਨ। ਇਹਦੀਆਂ ਪ੍ਰਮੁੱਖ ਫਸਲਾਂ ਕਿਹੜੀਆਂ ਹੁੰਦੀਆਂ ਨੇ? ਦਾਲਾਂ ਵਾਲੀਆਂ ਫਸਲਾਂ, ਸਨ, ਢੈਂਚਾ ਆਦਿ। ਬੱਚੋ, ਮੂੰਗੀ ਦੇ ਪੱਤੇ ਸੁਕਾਉਣ ਲਈ ਸਪਰੇਅ ਦੇ ਸਮਾਂ ਤੇ ਮਾਤਰਾ ਦੱਸੋ। ਦੁਬਾਰਾ ਆਪਾਂ ਪ੍ਰਸ਼ਨ ਇੱਕ ਵਾਰ ਰਿਪੀਟ ਕਰਦੇ ਹਾਂ। ਜਦੋਂ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਭਗ 80% ਫਲੀਆਂ ਪੱਕ ਜਾਂਦੀਆਂ ਹਨ ਤਾਂ ਗ੍ਰੈਮਾਸਕੋਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ। ਫਿਰ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਤਰੀਕਾ ਦੱਸੋ। ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਮੁੱਖ ਹੁੰਦੇ ਹਨ। ਪਨੀਰੀ ਲਾਉਣ ਤੋਂ 15 ਅਤੇ 30 ਦਿਨਾਂ ਬਾਅਦ ਪੈਡੀ ਵੀਡਰ ਨਾਲ 2 ਗੋਡੀਆਂ ਕਰੋ ਜਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣਾ ਚਾਹੀਦਾ ਹੈ। ਢੁਕਵੀਆਂ ਦਵਾਈਆਂ ਦੀ ਸਹੀ ਮਾਤਰਾ ਵਿੱਚ ਸਹੀ ਸਮੇਂ ਤੇ ਵਰਤੋਂ ਵੀ। ਬੱਚਿਓ, ਹੁਣ ਆਪਾਂ 5-6 ਵਾਕਾਂ ਵਾਲੇ ਉੱਤਰ ਵਾਲੇ ਜਵਾਬ ਕਰਾਂਗੇ। ਪਹਿਲਾ ਪ੍ਰਸ਼ਨ, ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਬਾਰੇ ਲਿਖੋ। ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ? ਕਣਕ ਦੀ ਵਾਢੀ ਤੋਂ ਇੱਕਦਮ ਬਾਅਦ ਢੈਂਚਾ ਜਾਂ ਜੰਤਰ ਦੀ ਹਰੀ ਖਾਦ ਬੀਜ ਦੇਣੀ ਚਾਹੀਦੀ ਹੈ। ਇਸ ਨੂੰ ਦਬਾਉਣ ਤੋਂ ਬਾਅਦ ਝੋਨਾ ਬੀਜ ਦੇਣਾ ਚਾਹੀਦਾ ਹੈ। ਸੱਠੀ ਮੂੰਗੀ ਨੂੰ ਵੀ ਕਣਕ ਵੱਢਣ ਸਾਰ ਬੀਜ ਕੇ ਫਲੀਆਂ ਤੋੜ ਕੇ ਮੂੰਗੀ ਦੀ ਫਸਲ ਨੂੰ ਖੇਤਾਂ ਵਿੱਚ ਹਰੀ ਖਾਦ ਵਜੋਂ ਦਬਾ ਕੇ ਇੱਕਦਮ ਬਾਅਦ ਝੋਨਾ ਲਾ ਦੇਣਾ ਚਾਹੀਦਾ ਹੈ। ਹਰੀ ਖਾਦ ਵਿੱਚ ਰੂੜੀ ਵਾਲੀ ਖਾਦ ਦੇ ਸਾਰੇ ਗੁਣ ਹੁੰਦੇ ਹਨ। ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ਪਾਉਣ ਤੋਂ ਬਚ ਜਾਂਦਾ ਹੈ, ਕਿਉਂਕਿ ਫਲੀਦਾਰ ਫਸਲਾਂ ਦੀਆਂ ਫਲੀਆਂ ਵਿੱਚ ਫਾਸਫੋਰਸ, ਰੇਸ਼ੇ ਵਿੱਚ ਪੋਟਾਸ਼ੀਅਮ ਅਤੇ ਜੜ੍ਹਾਂ ਵਿੱਚ ਨਾਈਟ੍ਰੋਜਨ ਮਿਲਦੀ ਹੈ। ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿਓ। ਝੋਨੇ ਦੀ ਸਿੱਧੀ ਬਿਜਾਈ ਕਿਸ ਤਰ੍ਹਾਂ ਕਰਨੀ ਹੈ? ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ, ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਫਸਲਾਂ ਵਿੱਚ ਲੋਹੇ ਤੱਤ ਦੇ ਬਹੁਤ ਘੱਟ ਆ ਜਾਂਦੀ ਹੈ। ਫਸਲਾਂ ਵਿੱਚ ਲੋਹੇ ਤੱਤ ਦੀ ਬਹੁਤ ਘਾਟ ਆ ਜਾਂਦੀ ਹੈ ਤੇ ਝਾੜ ਬਹੁਤ ਘਟ ਜਾਂਦਾ ਹੈ। ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਝੋਨੇ ਵਾਲੇ ਡਰਿਲ ਨਾਲ 20 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ 2 ਤੋਂ 3 ਸੈਂਟੀਮੀਟਰ ਡੂੰਘਾਈ ਤੇ ਕੀਤੀ ਜਾਂਦੀ ਹੈ। ਬੱਚੋ, ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਝੋਨੇ ਵਾਲੀ ਡਰਿਲ ਨਾਲ ਕਿੰਨਾ ਫਾਸਲਾ ਰੱਖਣਾ? 20 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ 2 ਤੋਂ 3 ਸੈਂਟੀਮੀਟਰ ਡੂੰਘਾਈ ਤੇ ਕੀਤੀ ਜਾਂਦੀ ਹੈ। ਇਹਦਾ ਖਾਸ ਤੌਰ ਤੇ ਧਿਆਨ ਰੱਖਣਾ, ਡੂੰਘਾਈ 2 ਤੋਂ 3 ਸੈਂਟੀਮੀਟਰ ਹੀ ਕਰਨੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁਕਵੀਆਂ ਹਨ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ ਅੰਦਰ ਸੰਟੋਪ ਵਰਤੋ ਅਤੇ ਬਿਜਾਈ ਤੋਂ 30 ਦਿਨਾਂ ਬਾਅਦ ਜੇ ਫਸਲ ਵਿੱਚ ਸਵਾਂਕ ਅਤੇ ਮੋਥਾ ਹੋਵੇ ਤਾਂ ਨੋਮਨੀ ਗੋਲਡ ਅਤੇ ਜੇ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਸੈਗਮੈਂਟ ਨਦੀਨ ਨਾਸ਼ਕ ਵਰਤੋ। ਸਿੱਧੇ ਬੀਜੇ ਝੋਨੇ ਦੀ ਫਸਲ ਵਿੱਚ 60 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ 3 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 2, 5 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਫਸਲਾਂ ਨੂੰ 3 ਤੋਂ 5 ਦਿਨਾਂ ਦੇ ਵਕਫੇ ਤੇ ਪਾਣੀ ਦਿੰਦੇ ਰਹੋ। ਅਗਲਾ ਪ੍ਰਸ਼ਨ ਹੈ, ਮੱਕੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਦੱਸੋ। ਰਸਾਇਣਿਕ ਖਾਦਾਂ ਕਿੱਦਾਂ ਵਰਤਣੀਆਂ ਮੱਕੀ ਵਿੱਚ? ਮੱਕੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 50 ਕਿਲੋ ਨਾਈਟ੍ਰੋਜਨ, 24 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਲੋੜ ਹੁੰਦੀ ਹੈ। ਪੋਟਾਸ਼ ਤੱਤ ਦੀ ਵਰਤੋਂ
ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ 1/3 ਨਾਈਟ੍ਰੋਜਨ ਖਾਦ ਬਿਜਾਈ ਕਰਨ ਸਮੇਂ ਹੀ ਦੇਣੀ ਚਾਹੀਦੀ ਹੈ। ਨਾਈਟ੍ਰੋਜਨ ਦਾ ਇੱਕ ਹਿੱਸਾ ਜਦੋਂ ਫਸਲ ਗੋਡੇ ਹੋ ਜਾਵੇ ਤਾਂ ਪਾਓ ਤੇ ਦੂਜਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦੇਣਾ ਚਾਹੀਦਾ ਹੈ। ਜੇਕਰ ਕਣਕ ਨੂੰ ਫਾਸਫੋਰਸ ਦੀ ਖਾਦ ਸਿਫਾਰਸ਼ ਮਾਤਰਾ ਵਿੱਚ ਪਾਈ ਹੋਵੇ ਤਾਂ ਮੱਕੀ ਲਈ ਇਸ ਦੀ ਲੋੜ ਨਹੀਂ ਰਹਿੰਦੀ। ਜੇ ਕਣਕ ਵੇਲੇ ਫਾਸਫੋਰਸ ਆਪਾਂ ਪੂਰੀ ਪਾਈ ਹੈ ਤਾਂ ਮੱਕੀ ਵੇਲੇ ਫਾਸਫੋਰਸ ਦੀ ਖਾਦ ਦੀ ਪਾਉਣ ਦੀ ਲੋੜ ਨਹੀਂ ਹੁੰਦੀ। ਕਪਾਹ ਦੇ ਬੀਜ ਦੇ ਮਾਤਰਾ ਅਤੇ ਸੋਧ ਦਾ ਵੇਰਵਾ ਦਿਓ। ਬੀਟੀ ਨਰਮੀ ਦੀ ਕਿਸਮਾਂ ਲਈ 750 ਗ੍ਰਾਮ, ਬੀਟੀ ਰਹਿਤ ਦੋਗਲੀਆਂ ਕਿਸਮਾਂ ਲਈ 1 ਕਿਲੋ, ਸਧਾਰਨ ਕਿਸਮਾਂ ਲਈ 3 ਕਿਲੋ, ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 1.5 ਕਿਲੋ ਅਤੇ ਸਧਾਰਨ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਹੁੰਦੀ ਹੈ। ਸਿਫਾਰਸ਼ ਕੀਤੀਆਂ ਉੱਲੀ ਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕਰੋ। ਫਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੇ ਜਾਂ ਕਰੂਜਰ ਦਵਾਈ ਲਗਾਉਣੀ ਚਾਹੀਦੀ ਹੈ। ਬੱਚੋ ਅਖੀਰਲਾ ਪ੍ਰਸ਼ਨ, ਕਮਾਦ ਨੂੰ ਡਿੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਕਮਾਦ ਦੀ ਫਸਲ ਪੂਰਾ ਸਾਲ ਭਰ ਲੈਣੀ ਹੁੰਦੀ ਹੈ ਤੇ ਇਸ ਲਈ ਉਹਨੂੰ ਡਿੱਗਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ। ਉਹਦੇ ਕੀ ਉਪਾਅ ਹਨ? ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਕਿਉਂਕਿ ਡਿੱਗੀ ਫਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ। ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਮੌਨਸੂਨ ਜਿੱਦਾਂ ਕਿ ਹੁਣ ਸ਼ੁਰੂ ਹੋ ਚੁੱਕੀ ਹੈ, ਹੋਣ ਤੋਂ ਪਹਿਲਾਂ ਜੂਨ ਦੇ ਅਖੀਰ ਵਿੱਚ ਮਿੱਟੀ ਚੜਾਉਣੀ ਚਾਹੀਦੀ ਹੈ। ਅਗਸਤ ਦੇ ਅਖੀਰ ਵਿੱਚ ਜਾਂ ਸਤੰਬਰ ਦੇ ਸ਼ੁਰੂ ਵਿੱਚ ਫਸਲ ਦੇ ਮੂੰਹੇ ਜਾਂ ਪੋਲੇ ਬੰਨ੍ਹ ਲੈਣੇ ਚਾਹੀਦੇ ਹਨ। ਬੱਚੋ ਇਹ ਸੀ ਆਪਣੇ ਪਹਿਲੇ ਪਾਠ ਸਾਉਣੀ ਦੀ ਫਸਲਾਂ ਦੇ ਪ੍ਰਸ਼ਨ ਉੱਤਰ। ਉਮੀਦ ਹੈ ਤੁਸੀਂ ਧਿਆਨ ਨਾਲ ਸੁਣ ਲਏ ਹੋਣਗੇ ਤੇ ਤੁਹਾਨੂੰ ਸਾਰਿਆਂ ਦੇ ਜਵਾਬ ਸਮਝ ਵੀ ਲੱਗ ਗਏ ਹੋਣ। ਹੁਣ ਆਪਣੀ ਸਾਫ਼-ਸਾਫ਼ ਲਿਖਾਈ ਵਿੱਚ ਆਪਣੀ ਕਾਪੀ ਦੇ ਉਤਾਰ ਕੇ ਆਪਣੇ ਅਧਿਆਪਕ ਸਾਹਿਬਾਨ ਤੋਂ ਜ਼ਰੂਰ ਚੈੱਕ ਕਰਵਾਉਣੀ ਹੈ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਨੋਟੀਫਿਕੇਸ਼ਨ ਵੀ ਜ਼ਰੂਰ ਦੱਬੋ ਤਾਂ ਜੋ ਤੁਹਾਨੂੰ ਆਪਣੇ ਆਪ ਇਸ ਨਾਲ ਵੀਡੀਓ ਦੀ ਨਵੀਂ ਵੀਡੀਓ ਪੈਣ 'ਤੇ ਤੁਹਾਨੂੰ ਨੋਟੀਫਿਕੇਸ਼ਨ ਜਾ ਸਕੇ। ਧੰਨਵਾਦ।